ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਲੋਕਵਾਈ ਟੀਵੀ ਤੇ ਮੈਂ ਮਨਿੰਦਰਜੀਤ ਸਿੱਧੂ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਸਮੇਂ-ਸਮੇਂ ਤੇ ਕੋਈ ਨਾ ਕੋਈ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਹਾਂ। ਤਾਂ ਅੱਜ ਜਿਹੜੀ ਅਸੀਂ ਜਾਣਕਾਰੀ ਸਾਂਝੀ ਕਰਾਂਗੇ ਉਹ ਕੋਆਪਰੇਟਿਵ ਸੁਸਾਇਟੀਆਂ ਬਾਰੇ ਕਰਾਂਗੇ। ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਹਰ ਪਿੰਡ ਜਾਂ 2 ਪਿੰਡਾਂ ਦੀ ਇੱਕ ਕੋਆਪਰੇਟਿਵ ਸੁਸਾਇਟੀ ਬਣਾਈ ਜਾਂਦੀ ਹੈ। ਜੇਕਰ ਪਿੰਡ ਜ਼ਿਆਦਾ ਹੀ ਛੋਟੇ ਹੋਣ ਤਾਂ 3 ਪਿੰਡ ਵੀ ਇੱਕ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਐਡ ਕਰ ਦਿੱਤੇ ਜਾਂਦੇ ਆ। ਇਹ ਕੋਆਪਰੇਟਿਵ ਸੁਸਾਇਟੀ ਦਾ ਕੰਮ ਪਿੰਡ ਦੇ ਲੋਕਾਂ ਨੂੰ, ਪਿੰਡ ਦੇ ਕਿਸਾਨਾਂ ਨੂੰ ਮੈਂਬਰ ਬਣਾਉਣਾ ਅਤੇ ਉਹਨਾਂ ਨੂੰ ਕਰਜ਼ਾ ਦੇਣਾ ਫਸਲ ਦੇ ਲਈ, ਉਹਨਾਂ ਦੀ ਖਾਦ, ਸਪਰੇਅ ਅਤੇ ਹੋਰ ਘਰੇਲੂ ਜ਼ਰੂਰੀ ਵਸਤਾਂ ਦੇ ਲਈ ਉਹਨਾਂ ਨੂੰ ਉੱਥੋਂ ਸਹੂਲਤਾਂ ਮੁਹੱਈਆ ਕਰਵਾਉਣੀਆਂ। ਕੋਆਪਰੇਟਿਵ ਦਾ ਜਿਹੜਾ ਜਨਮ ਹੈ ਅਸੀਂ ਗੱਲ ਕਰੀਏ ਤਾਂ ਉਹ ਇੰਗਲੈਂਡ ਦੇ ਵਿੱਚ ਹੋਇਆ। ਇੰਗਲੈਂਡ ਦੇ ਵਿੱਚ ਸ਼ੁਰੂਆਤ ਹੋਈ ਸੀ ਕਿ ਲੋਕ ਰਲ ਮਿਲ ਕੇ ਖੇਤੀ ਕਰਨ। ਕੋਆਪਰੇਟਿਵ ਦਾ ਮਕਸਦ ਹੀ ਇਹ ਹੈ ਕਿ ਜੇਕਰ ਕਿਸਾਨ ਛੋਟੇ ਹੈ, 10-10, 5-5, 4-4 ਕਿੱਲਿਆਂ ਵਾਲੇ ਕਿਸਾਨ ਆ ਤਾਂ ਉਹ ਰਲ ਮਿਲ ਕੇ ਇੱਕੋ ਜੇ ਸੰਦ ਖਰੀਦ ਲੈਣ। ਜੇ ਕਿਸੇ ਕੋਲ ਟਰੈਕਟਰ ਹੈ, ਕਿਸੇ ਕੋਲ ਹਲ ਹੈ, ਕਿਸੇ ਕੋਲ ਹੋਰ ਹੈ ਤਾਂ ਉਹ ਇਕੱਠੇ ਹੋ ਜਾਣ, ਮਿਲ ਕੇ ਖੇਤੀ ਕਰਨ ਤਾਂ ਜੋ ਇੱਕ ਤੇ ਬੋਝ ਨਾ ਪਵੇ। ਜਿਹੜੀ ਕਮਾਈ ਆ ਉਹ ਫਿਰ ਬਾਅਦ 'ਚ ਵੰਡੀ ਜਾਵੇ ਜਿਵੇਂ ਜਿਵੇਂ ਜ਼ਮੀਨ ਆ ਉਸ ਹਿਸਾਬ ਦੇ ਨਾਲ। ਤਾਂ ਉਹਦੇ ਨਾਲ ਫਾਇਦਾ ਹੁੰਦਾ ਸੀ, ਕਿਉਂਕਿ ਅੱਜ ਸਾਨੂੰ ਵੀ ਪਤਾ ਕਿ 8-8.5 ਲੱਖ ਦਾ ਸਮੇਂ-ਸਮੇਂ ਤੇ ਟਰੈਕਟਰ ਦੀ ਕੀਮਤ ਵੱਖਰੀ ਹੋਊਗੀ, ਪਰ ਉਸ ਸਮੇਂ ਕਮਾਈ ਵੀ ਉਸ ਹਿਸਾਬ ਦੀ ਹੁੰਦੀ ਹੈ। ਤਾਂ ਇਕੱਠੇ ਹੋ ਕੇ ਖੇਤੀ ਕਰਨ ਦਾ ਇਹ ਪਲੈਨਿੰਗ ਚਲਾਈ ਗਈ ਸੀ ਇੰਗਲੈਂਡ ਤੋਂ। ਇਹ ਪਲੈਨਿੰਗ ਜਿਹੜੀ ਕੋਆਪਰੇਟਿਵ ਹੈ ਇਹ ਸੋਸ਼ਲਿਜ਼ਮ ਤੇ ਕੈਪੀਟਲਿਜ਼ਮ, ਯਾਨੀ ਕਿ ਜੇਕਰ ਅਸੀਂ ਗੱਲ ਕਰੀਏ ਜਿਵੇਂ ਅਸੀਂ ਅੱਜ ਲੜਾਈ ਲੜ ਰਹੇ ਹਾਂ ਸਰਮਾਏਦਾਰੀ ਦੇ ਖਿਲਾਫ, ਉਹਦੇ ਸਰਮਾਏਦਾਰੀ ਅਤੇ ਸੋਸ਼ਲਿਜ਼ਮ, ਸਮਾਜਵਾਦ ਦੋਨਾਂ ਦੇ ਵਿਚਕਾਰਲਾ ਰਸਤਾ ਸੀ। ਜਿਹੜੀ ਕੈਪੀਟਲਿਜ਼ਮ ਹੈ ਉਹਦੇ ਵਿੱਚ ਹੁੰਦਾ ਕਿ ਇੱਕ ਵਿਅਕਤੀਆਂ ਦੇ ਹੱਥ ਦੇ ਵਿੱਚ ਸਾਰੀ ਜਿਹੜੀ ਹੈ ਪੂੰਜੀ ਚਲੀ ਜਾਂਦੀ ਹੈ, ਤੇ ਸਮਾਜਵਾਦ ਦੇ ਵਿੱਚ ਸਰਕਾਰ ਦੇ ਹੱਥ ਵਿੱਚ ਸਾਰਾ ਕੁਝ ਹੁੰਦਾ। ਪਰ ਕੋਆਪਰੇਟਿਵ ਦੇ ਵਿੱਚ ਕਿਸਾਨਾਂ ਦੇ ਕੋਲ, ਉਹਨਾਂ ਲੋਕਾਂ ਦੇ ਕੋਲ ਜਿਨ੍ਹਾਂ ਨੇ ਕੰਮ ਕਰਨਾ, ਉਹਨਾਂ ਕੋਲ ਹੀ ਆਮਦਨ ਹੁੰਦੀ ਹੈ, ਫਿਰ ਉਹਨਾਂ ਨੇ ਖਰਚ ਕਰਨਾ ਹੁੰਦਾ। ਤਾਂ ਕੋਆਪਰੇਟਿਵ ਇਹ ਵਿਚਲਾ ਰਸਤਾ ਸੀ ਜਿਹੜਾ ਕਿ ਬੜਾ ਵੱਡੇ ਪੱਧਰ ਤੇ ਕਾਮਯਾਬ ਵੀ ਹੋਇਆ। ਪਰ ਹੁਣ ਕਿਤੇ ਨਾ ਕਿਤੇ ਜਿਹੜੀਆਂ ਕੋਆਪਰੇਟਿਵ ਸੁਸਾਇਟੀਆਂ ਸਾਡੇ ਪਿੰਡਾਂ ਦੀਆਂ ਉਹ ਵੱਡੇ ਘਪਲਿਆਂ ਦਾ ਸ਼ਿਕਾਰ ਹੋਈਆਂ। ਬਹੁਤੇ ਪਿੰਡਾਂ ਦੇ ਵਿੱਚ ਪਤਾ ਲੱਗ ਚੁੱਕਿਆ, ਬਹੁਤੇ ਪਿੰਡਾਂ ਦੇ ਵਿੱਚ ਜਿਹੜੇ ਆ ਘਪਲੇ ਸਾਹਮਣੇ ਵੀ ਆਏ ਆ। ਕੋਆਪਰੇਟਿਵ ਸੁਸਾਇਟੀ ਦੇ ਸੈਕਟਰੀ ਹੈ ਜਿਹੜੇ ਉਹ ਘਪਲੇ ਕਰਦੇ ਆ ਤਾਂ ਉਹ ਲੋਕਾਂ 'ਚ ਉਜਾਗਰ ਵੀ ਹੋਏ ਆ। ਪਰ ਕਈ ਪਿੰਡਾਂ ਦੇ ਵਿੱਚ ਜਿਹੜੇ ਆਮ ਲੋਕ ਆ ਉਹਨਾਂ ਨੂੰ ਨਹੀਂ ਪਤਾ ਕਿ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਜਿਹੜੇ ਸੈਕਟਰੀ ਹੈ ਜਾਂ ਹੋਰ ਮੁਲਾਜ਼ਮ ਆ ਉਹ ਕਿਸ ਤਰੀਕੇ ਦੇ ਨਾਲ ਘਪਲੇ ਕਰਦੇ। ਤਾਂ ਅੱਜ ਉਹ ਘਪਲਿਆਂ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਕਿਸਾਨ ਉਹਨਾਂ ਘਪਲਿਆਂ ਤੋਂ ਕਿਵੇਂ ਬਚ ਸਕਦਾ, ਕਿਵੇਂ ਘਪਲੇ ਹੁੰਦੇ ਆ ਕੋਆਪਰੇਟਿਵ ਸੁਸਾਇਟੀ ਦੇ ਵਿੱਚ, ਕੀ ਕੋਆਪਰੇਟਿਵ ਸੁਸਾਇਟੀ ਦਾ ਕੰਮ ਹੈ, ਕਿਸ ਤਰੀਕੇ ਦੇ ਨਾਲ ਇਹ ਚੱਲਦੀ ਹੈ, ਦੀ ਸਾਰੀ ਤੁਹਾਨੂੰ ਜਾਣਕਾਰੀ ਦੇਵਾਂਗੇ। ਘਪਲਿਆਂ ਬਾਰੇ ਤੁਹਾਨੂੰ ਦੱਸਾਂਗੇ, ਘਪਲਿਆਂ ਬਾਰੇ ਪੂਰੀ ਜਾਣਕਾਰੀ ਦੇਵਾਂਗੇ, ਕਿਸ ਤਰੀਕੇ ਦੇ ਨਾਲ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਘਪਲੇ ਹੁੰਦੇ ਆ। ਪਰ ਉਸ ਤੋਂ ਪਹਿਲਾਂ ਉਹ ਜਾਣਕਾਰੀ ਸਾਂਝੀ ਕਰੀਏ ਕਿ ਜੋ ਤੁਹਾਡੇ ਲਈ ਜਾਣਨੀ ਜ਼ਰੂਰੀ ਹੈ ਕਿ ਕੋਆਪਰੇਟਿਵ ਸੁਸਾਇਟੀ ਕੰਮ ਕਿਵੇਂ ਕਰਦੀ ਹੈ। ਕੋਆਪਰੇਟਿਵ ਸੁਸਾਇਟੀ ਚਲਾਉਂਦੇ ਆ ਪਿੰਡ ਦੇ ਲੋਕ। ਪਿੰਡ ਦੇ ਲੋਕ ਜਿਹੜੇ ਕੋਆਪਰੇਟਿਵ ਸੁਸਾਇਟੀ ਦੇ ਮੈਂਬਰ ਹੁੰਦੇ ਆ ਉਹ ਵੋਟਾਂ ਪਾਉਂਦੇ ਆ। ਵੋਟਾਂ ਪਾ ਕੇ ਕਮੇਟੀ ਬਣਦੀ ਹੈ। ਕਮੇਟੀ ਆਪਣਾ ਪ੍ਰਧਾਨ ਚੁਣਦੀ ਹੈ। ਪ੍ਰਧਾਨ ਦਾ ਕੰਮ ਹੁੰਦਾ ਆਪਣੇ ਜਿਹੜਾ ਕੰਮ ਚਲਾਉਣ ਲਈ ਕੋਆਪਰੇਟਿਵ ਸੁਸਾਇਟੀ ਦਾ ਇੱਕ ਸੈਕਟਰੀ ਨਿਯੁਕਤ ਕਰਦਾ ਹੈ, ਨਾਲ ਹੀ ਇੱਕ ਸੇਵਾਦਾਰ ਹੁੰਦਾ ਹੈ। ਜੇਕਰ ਸੁਸਾਇਟੀ ਦੇ ਵਿੱਚ ਜ਼ਿਆਦਾ ਕੰਮ ਹੋਏ ਤਾਂ ਸੇਲਜ਼ਮੈਨ ਵੀ ਹੁੰਦਾ। ਸੇਲਜ਼ਮੈਨ ਦਾ ਕੰਮ ਹੁੰਦਾ ਹੈਗਾ ਜੋ ਵੀ ਉੱਥੇ ਸਮਾਨ ਆ ਉਹਦਾ ਹਿਸਾਬ ਕਿਤਾਬ ਰੱਖਣਾ, ਜੋ ਕਿਸੇ ਨੇ ਖਾਦ ਲੈਣੀ ਹੈ, ਸਪਰੇਅ ਲੈਣੀ ਹੈ, ਘਰੇਲੂ ਵਸਤਾਂ ਖਰੀਦਣੀਆਂ, ਉਹਦਾ ਸਾਰਾ ਹਿਸਾਬ ਕਿਤਾਬ ਰੱਖਣਾ। ਤੇ ਜਿਹੜਾ ਮੇਨ ਮੁੱਖ ਕੰਮ ਇਹਦੇ ਵਿੱਚ ਸੈਕਟਰੀ ਦਾ ਆ ਜਾਂਦਾ ਹੈ। ਜਿਹੜਾ ਪ੍ਰਧਾਨ ਹੈ ਉਹ ਸੈਕਟਰੀ, ਯਾਨੀ ਕਿ ਕਮੇਟੀ ਸੈਕਟਰੀ ਨੂੰ ਨਿਯੁਕਤ ਕਰਦੀ ਹੈ। ਸੈਕਟਰੀ ਫਿਰ ਉਹ ਸਾਰਾ ਕੰਮ ਚਲਾਉਂਦਾ। ਪ੍ਰਧਾਨ, ਜੇਕਰ ਅਸੀਂ ਗੱਲ ਕਰੀਏ ਜਿਵੇਂ ਸਾਡੇ ਦੇਸ਼ ਦੇ ਵਿੱਚ ਡੈਮੋਕ੍ਰੇਟਿਕ ਸਿਸਟਮ ਹੈ ਤਾਂ ਪ੍ਰਧਾਨ ਲੋਕਾਂ ਦਾ ਨੁਮਾਇੰਦਾ ਹੁੰਦਾ ਹੈ। ਸੁਸਾਇਟੀ ਦੇ ਵਿੱਚ, ਸਭਾ ਦੇ ਵਿੱਚ ਉਹ ਲੋਕਾਂ ਦਾ ਨੁਮਾਇੰਦਾ ਹੁੰਦਾ। ਉਹਨੇ ਦੇਖਣਾ ਹੁੰਦਾ ਕਿ ਕੰਮ ਕਿਸ ਤਰੀਕੇ ਨਾਲ ਕਮੇਟੀ ਨੇ ਕਰਨਾ ਹੈ, ਕਿਸ ਤਰੀਕੇ ਨਾਲ ਮੈਂ ਕੰਮ ਚਲਾਉਣਾ। ਪਰ ਅਸੀਂ ਜਿਸ ਤਰੀਕੇ ਨਾਲ ਦੇਖਦੇ ਹਾਂ ਕਿ ਸਾਡੇ ਦੇਸ਼ 'ਚ ਬੇਸ਼ੱਕ ਡੈਮੋਕ੍ਰੇਸੀ ਹੈ, ਡੈਮੋਕ੍ਰੇਟਿਕ ਹੈ, ਪਰ ਇੱਥੇ ਜ਼ਿਆਦਾ ਕੰਮ ਸਰਕਾਰੀ ਮੁਲਾਜ਼ਮ ਹੀ ਚਲਾਉਂਦੇ ਆ। ਜੇ ਵੱਡੀ ਗੱਲ ਕਰੀਏ ਤਾਂ ਬਿਊਰੋਕ੍ਰੇਸੀ ਸਾਡੇ ਦੇਸ਼ ਨੂੰ ਚਲਾਉਂਦੀ ਹੈ। ਜੇਕਰ ਛੋਟੇ ਪੱਧਰ 'ਤੇ ਤਾਂ ਜਿਵੇਂ ਛੋਟੇ ਮੁਲਾਜ਼ਮ ਹੈ, ਜਿਵੇਂ ਅਸੀਂ ਦੇਖਦੇ ਹਾਂ ਕਿ ਪਿੰਡ ਦਾ ਜਿਹੜਾ ਮੁਖੀ ਹੁੰਦਾ ਉਹ ਸਰਪੰਚ ਹੁੰਦਾ। ਸਰਪੰਚ ਦਾ ਸੈਕਟਰੀ, ਜਿਹੜਾ ਪੰਚਾਇਤ ਸੈਕਟਰੀ ਹੁੰਦਾ ਸਰਕਾਰੀ ਮੁਲਾਜ਼ਮ, ਉਹ ਸਰਪੰਚ ਦਾ ਕਲਰਕ ਹੁੰਦਾ। ਪਰ ਅੱਜ ਪੰਚਾਇਤ ਸੈਕਟਰੀ ਪਾਵਰ ਜਿਹੜੀ ਆ ਸਰਪੰਚ ਨਾਲੋਂ ਜ਼ਿਆਦਾ ਰੱਖੀ ਹੋਈ ਹੈ, ਕਿਉਂਕਿ ਬਹੁਤੇ ਪਿੰਡਾਂ ਦੇ ਸਰਪੰਚਾਂ ਨੂੰ ਆਪਣੇ ਅਧਿਕਾਰਾਂ ਦਾ ਨਹੀਂ ਪਤਾ। ਤਾਂ ਉਵੇਂ ਹੀ ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨਾਂ ਨੂੰ ਆਪਣੇ ਜਿਹੜੇ ਅਧਿਕਾਰ ਹੈ, ਆਪਣੀ ਤਾਕਤ ਉਹਦਾ ਨਹੀਂ ਪਤਾ, ਜਿਸ ਦੇ ਕਰਕੇ ਸੈਕਟਰੀ ਮਨਮਾਜ਼ੀਆਂ ਕਰਦੇ ਆ। ਸਹਿਕਾਰਤਾ ਵਿਭਾਗ ਦਾ ਵੀ ਇਹਦੇ ਵਿੱਚ ਬੜਾ ਵੱਡਾ ਹਿੱਸਾ ਹੁੰਦਾ। ਸਹਿਕਾਰਤਾ ਵਿਭਾਗ ਵੀ ਕੰਮ ਚਲਾਉਣ ਦੇ ਵਿੱਚ ਯੋਗਦਾਨ ਪਾਉਂਦਾ, ਪਰ ਅਸਲ ਦੇ ਵਿੱਚ ਜਿਹੜਾ ਕੰਮ ਉਹ ਸਾਰਾ ਸਭਾ ਦਾ ਹੁੰਦਾ। ਪਰ ਹੁਣ ਜਿਵੇਂ ਦਾ ਸਿਸਟਮ ਚੱਲ ਰਿਹਾ ਅਸੀਂ ਦੇਖਦੇ ਹਾਂ ਕਿ ਕੋਆਪਰੇਟਿਵ ਸੁਸਾਇਟੀਆਂ ਦੇ ਪ੍ਰਧਾਨ ਵੀ ਮੌਜੂਦਾ ਹਲਕਾ ਇੰਚਾਰਜ ਜਾਂ MLA ਦੇ ਜਿਹੜੇ ਨੇੜਲੇ ਹੁੰਦੇ ਆ ਉਹੀ ਬਣਦੇ ਆ। ਪਹਿਲਾਂ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਅਜਿਹਾ ਕਲਚਰ ਨਹੀਂ ਸੀ। ਪਹਿਲਾਂ ਪੰਜਾਬ ਦੇ ਵੱਡੇ ਲੀਡਰ ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਦੀ ਚੋਣ ਜਿੱਤ ਕੇ ਵੱਡੇ ਅਹੁਦਿਆਂ ਤੇ ਪਹੁੰਚੇ, ਉੱਥੋਂ ਸਿੱਖਿਆ ਕਿ ਕਿਸ ਤਰੀਕੇ ਦੇ ਨਾਲ ਲੀਡਰ ਬਣਨਾ। ਉਦਾਹਰਨ ਸਾਡੇ ਕੋਲ ਹੈ ਗਿਆਨੀ ਜੈਲ ਸਿੰਘ। ਗਿਆਨੀ ਜੈਲ ਸਿੰਘ ਕਿਸੇ ਸਮੇਂ ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਬਣੇ ਸੀ, ਤਾਂ ਫਿਰ
ਹੌਲੀ ਹੌਲੀ ਉਹ ਪੰਜਾਬ ਦੇ ਮੁੱਖ ਮੰਤਰੀ ਤੇ ਅੰਤ ਦੇ ਵਿੱਚ ਭਾਰਤ ਦਾ ਸਭ ਤੋਂ ਉੱਚਾ ਸੰਵਿਧਾਨਕ ਅਹੁਦਾ ਰਾਸ਼ਟਰਪਤੀ ਦੀ ਚੋਣ ਤੱਕ ਵੀ ਰਾਸ਼ਟਰਪਤੀ ਵੀ ਉਹ ਬਣੇ ਸੀ। ਤਾਂ ਇਹ ਜਿਹੜੀ ਕੋਆਪਰੇਟਿਵ ਸੁਸਾਇਟੀ ਸੀ, ਇਹ ਬੜੇ ਵੱਡੇ ਲੀਡਰ ਇਹਨਾਂ ਨੇ ਦਿੱਤੇ ਆ ਪੰਜਾਬ ਨੂੰ, ਪਰ ਅੱਜ ਇਹ ਕਿਤੇ ਨਾ ਕਿਤੇ ਫੇਲ ਹੁੰਦੇ ਨਜ਼ਰ ਆਇਆ ਇਹਦਾ ਢਾਂਚਾ, ਕਿਉਂਕਿ ਥੋਪੇ ਜਾਂਦੇ ਆ ਪ੍ਰਧਾਨ, ਕਿਹਾ ਜਾਂਦਾ ਕਿ ਆਹ ਸਾਡੇ ਧੜੇ ਦਾ ਬੰਦਾ, ਇਹਨੂੰ ਹੀ ਅਸੀਂ ਪ੍ਰਧਾਨ ਬਣਾਉਣਾ। ਹੁਣ ਤੁਹਾਨੂੰ ਅਸੀਂ ਦੱਸਾਂਗੇ ਕਿ ਜਦੋਂ ਪ੍ਰਧਾਨਾਂ ਨੇ ਗੌਰ ਕਢਾ ਦਿੱਤੀ ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚ, ਤਾਂ ਫਿਰ ਕਿਸ ਤਰੀਕੇ ਦੇ ਨਾਲ ਜਿਹੜੇ ਸੈਕਟਰੀ ਹੈ ਉਹ ਉਹਨਾਂ ਨੇ ਘਪਲੇ ਕਰਨੇ ਸ਼ੁਰੂ ਕਰ ਦਿੱਤੇ। ਜਦੋਂ ਉਹਨਾਂ ਕੋਲ ਪਾਵਰ ਹੈ ਜਿਹੜੀ ਉਹ ਜ਼ਿਆਦਾ ਆ ਗਈ, ਤਾਂ ਉਹ ਘਪਲੇ ਉਹਨਾਂ ਦੀ ਸ਼ੁਰੂਆਤ ਹੋ ਗਈ। ਤਾਂ ਇਹਦੀ ਉਦਾਹਰਨ ਹੈ, ਆ ਤੁਹਾਨੂੰ ਤਸਵੀਰ ਦਿਖਾ ਦਿੰਦੇ ਹਾਂ ਕਿ ਫਰੀਦਕੋਟ ਜ਼ਿਲ੍ਹੇ ਦੇ ਜੈਤੋ ਤਹਿਸੀਲ ਵਿੱਚ ਪੈਂਦੇ ਪਿੰਡ ਦਲ ਸਿੰਘ ਵਾਲਾ ਦੀ ਹੈ। ਪਿੰਡ ਦਲ ਸਿੰਘ ਵਾਲਾ ਦੇ ਵਿੱਚ ਸੈਕਟਰੀ ਵੱਲੋਂ ਵੱਡੇ ਪੱਧਰ ਦੇ ਉੱਤੇ ਘਪਲੇ ਕੀਤੇ ਗਏ ਹੈ। ਘਪਲਿਆਂ ਦੇ ਬਾਰੇ ਜਾਣਕਾਰੀ ਦੇਵਾਂਗੇ, ਕਿਸ ਤਰੀਕੇ ਦੇ ਨਾਲ ਘਪਲੇ ਕਰਦੇ ਆ। ਅਸੀਂ ਤੁਹਾਨੂੰ ਦੱਸ ਦਈਏ ਕਿ ਜਿਹੜੀ ਕੋਆਪਰੇਟਿਵ ਸੁਸਾਇਟੀ ਹੈ, ਇਹ ਇੱਕ ਕਿਸਾਨ ਨੂੰ 1 ਕਿੱਲੇ ਦਾ 24,000 ਰੁਪਇਆ ਸਾਲਾਨਾ ਦਿੰਦੀ ਹੈ, ਕਰਜ਼ਾ ਦਿੰਦੀ ਹੈ ਫਸਲ ਦੇ ਉੱਤੇ, ਜਿਹਦੇ ਵਿੱਚ ਕਿਸਾਨ ਨੂੰ ਲਗਭਗ 14 ਤੋਂ 15,000 ਰੁਪਇਆ ਫਸਲ ਦੇ ਲਈ ਕਰਜ਼ਾ ਨਗਦ ਮਿਲ ਜਾਂਦਾ ਹੈ, ਤੇ ਬਾਕੀ ਦਾ ਉਹ ਖਾਦ ਜਾਂ ਸਪਰੇਅ ਉਹ ਸੁਸਾਇਟੀ ਤੋਂ ਲੈ ਸਕਦਾ ਹੈ। ਜਿਨ੍ਹਾਂ ਸੁਸਾਇਟੀਆਂ ਕੋਲ ਆਪਣੇ ਪੰਪ ਹੁੰਦੇ ਆ, ਉਹ ਉਸ 14,000 ਦੇ ਵਿੱਚੋਂ ਹੋਰ ਪੈਸੇ ਘਟਾ ਦਿੰਦੇ ਆ, ਉਹ ਤੇਲ ਦੇ ਦਿੰਦੇ ਆ, ਪੈਟਰੋਲ ਡੀਜ਼ਲ ਜੋ ਵੀ ਉਸ ਨੂੰ ਜ਼ਰੂਰਤ ਹੁੰਦੀ ਆ ਉਹ ਦੇ ਦਿੰਦੇ ਆ, ਤੇ ਬਾਕੀ ਦਾ ਜਿਹੜਾ ਉਹਨੂੰ ਕਰਜ਼ਾ ਨਗਦ ਦੇ ਦਿੱਤਾ ਜਾਂਦਾ। ਤੁਹਾਨੂੰ ਦੱਸਦੇ ਹਾਂ ਕਿ ਪਿੰਡ ਦਲ ਸਿੰਘ ਵਾਲਾ ਦੇ ਸੈਕਟਰੀ ਨੇ ਕੀ ਕੀਤਾ ਕਿਸਾਨਾਂ ਦੇ ਨਾਲ। ਪਿੰਡ ਦਲ ਸਿੰਘ ਵਾਲਾ ਦੇ ਸੈਕਟਰੀ ਨੇ ਜਦੋਂ ਕੋਈ ਕਿਸਾਨ ਕਰਜ਼ਾ ਲੈਣ ਦੇ ਲਈ ਆਇਆ, ਉਹਨੇ ਚੈੱਕ ਦਿੱਤਾ ਸੈਕਟਰੀ ਨੂੰ। ਉਸਨੇ ਬਹੁਤੇ ਪਿੰਡਾਂ ਦੇ ਵਿੱਚ ਕੀ ਹੈ ਕਿ ਸਾਡੇ ਪਿੰਡ ਦਾ ਹੀ ਸੈਕਟਰੀ ਹੁੰਦਾ ਜਾਂ ਪਿੰਡ ਦੇ ਨਾਲ ਦਾ ਹੁੰਦਾ, ਲੰਮੇ ਸਮੇਂ ਤੋਂ ਪਿੰਡ ਵਿੱਚ ਰਹਿਣ ਕਰਕੇ ਭਰੋਸਾ ਵੱਝਾ ਹੁੰਦਾ। ਕਿਸਾਨ ਨੇ ਖਾਲੀ ਚੈੱਕ ਦੇ ਉੱਪਰ ਸਾਈਨ ਕਰਕੇ ਦੇ ਆਂਦੇ, ਕਿ ਬਹੁਤੇ ਕਿਸਾਨਾਂ ਨੇ ਅਜਿਹਾ ਕੀਤਾ ਕਿ ਖਾਲੀ ਚੈੱਕ ਉੱਪਰ ਸਾਈਨ ਕਰਕੇ ਦੇਤੇ ਕਿ ਤੁਸੀਂ ਜਿਹੜੇ ਆ ਮੇਰੇ ਪੈਸੇ ਕਢਵਾ ਦਿਓ। ਤਾਂ ਸੈਕਟਰੀ ਨੇ ਕੀ ਕੀਤਾ, ਕਿਸਾਨ ਨੂੰ ਪੈਸੇ ਥੋੜ੍ਹੇ ਦੀ ਜ਼ਰੂਰਤ ਸੀਗੀ, ਜਿੰਨੀ ਉਹਨੂੰ ਉਹਦੀ ਲਾਗਤ ਸੀ ਉਸ ਨੂੰ ਉਨੀ ਜ਼ਰੂਰਤ ਸੀ, ਪਰ ਜ਼ਮੀਨ ਉਹਦੇ ਕੋਲ ਜ਼ਿਆਦਾ ਹੋਣ ਕਰ ਸੈਕਟਰੀ ਨੂੰ ਲੱਗਿਆ ਕਿ ਘੱਟ ਵਿਆਜ ਦੇ ਉੱਤੇ ਉਹਨੇ ਜ਼ਿਆਦਾ ਪੈਸੇ ਭਰ ਲਏ। ਜੇ ਕਿਸਾਨ ਨੂੰ 24,000 ਦੀ ਜ਼ਰੂਰਤ ਸੀ ਤਾਂ ਸੈਕਟਰੀ ਨੇ 50,000 ਰੁਪਇਆ ਭਰ ਲਿਆ, ਜਿਹੜਾ ਬਾਕੀ ਦਾ 26,000 ਸੀ ਉਹ ਸੈਕਟਰੀ ਨੂੰ ਘੱਟ ਵਿਆਜ ਦੇ ਉੱਤੇ ਪੈਸਾ ਮਿਲ ਗਿਆ। ਬਹੁਤੇ ਵਾਰ ਉਹਨੇ ਫਿਰ ਕੀ ਕੀਤਾ ਉਸ ਤੋਂ ਬਾਅਦ ਕਿ ਜਦੋਂ ਜਿਹੜਾ ਪੈਸੇ ਭਰਨ ਦਾ ਸਮਾਂ ਆਇਆ, ਤਾਂ ਜਦੋਂ ਕਿਸਾਨ ਪੈਸੇ ਜਮ੍ਹਾਂ ਕਰਾਉਣ ਆਇਆ, ਉਹਦੀ ਕਾਪੀ 'ਤੇ ਐਂਟਰੀ ਪਾ ਦਿੱਤੀ, ਪਰ ਪੈਸੇ ਜਮ੍ਹਾਂ ਨਹੀਂ ਕੀਤੇ। ਪੈਸੇ ਜਮ੍ਹਾਂ ਨਾ ਹੋਣ ਕਰਕੇ ਜਦੋਂ ਕਿਸਾਨ ਬੈਂਕ ਦੇ ਵਿੱਚ ਗਿਆ, ਤਾਂ ਬੈਂਕ ਨੇ ਬਕਾਇਆ ਕੱਢ ਦਿੱਤਾ ਕਿ ਤੇਰੇ ਵੱਲ ਇੰਨਾ ਹੈ। ਤਾਂ ਜਦੋਂ ਕਿ ਸੈਕਟਰੀ ਕੋਲ ਆਇਆ, ਤਾਂ ਸੈਕਟਰੀ ਨੂੰ ਜੇਕਰ ਅਸੀਂ ਕਹੀਏ ਕਿ ਇੱਕ ਸੈਕਟਰੀ ਨੇ ਪਤਾ ਲੱਗ ਗਿਆ ਕਿ ਕਿਸਾਨ ਹੁਣ ਜਾਗਰੂਕ ਹੋ ਚੁੱਕਿਆ, ਕਿਸਾਨਾਂ ਨੂੰ ਪਤਾ ਲੱਗ ਗਿਆ, ਤਾਂ ਇੱਥੋਂ ਇੱਕ ਘਪਲਾ ਜਾਗਰ ਹੋਇਆ। ਦੂਜਾ ਘਪਲਾ ਕੀ ਜਾਗਰ ਹੋਇਆ ਕਿ ਇਸੇ ਤਰੀਕੇ ਦੇ ਨਾਲ ਕਰਜ਼ਾ ਭਰਿਆ ਨਹੀਂ, ਜਿਹੜਾ ਕਿਸਾਨ ਨੇ ਚੈੱਕ ਲੈ ਲਿਆ, ਉਸ ਤੋਂ ਬਾਅਦ ਕਿਸਾਨ ਜਦੋਂ ਪੈਸੇ ਜਮ੍ਹਾਂ ਕਰਾਉਣਾ ਹੈ ਕਾਪੀ 'ਚ ਐਂਟਰੀ ਪਾ ਦਿੱਤੀ, ਪਰ ਕਰਜ਼ਾ ਜਿਹੜਾ ਉਹ ਭਰਿਆ ਨਹੀਂ। ਤਾਂ ਉੱਪਰੋਂ ਸਰਕਾਰ ਵੱਲੋਂ ਬੀਤੇ ਸਮੇਂ ਦੇ ਵਿੱਚ ਮਾਫੀ ਆਈ, ਕਰਜ਼ਾ ਨਾ ਭਰਿਆ ਹੋਣ ਕਰਕੇ ਚਲੋ ਸਰਕਾਰ ਵੱਲੋਂ ਮਾਫੀ ਆ ਗਈ, ਤਾਂ ਸੈਕਟਰੀ ਨੂੰ ਜਿਹੜੇ ਸਾਰੇ ਪੈਸੇ ਉਹ ਬਚ ਗਏ। ਇਹਦੇ ਬਾਰੇ ਵੀ ਜਦੋਂ ਪਿੰਡ ਦੇ ਲੋਕਾਂ ਨੂੰ ਚਾਨਣਾ ਹੋਇਆ, ਤਾਂ ਫਿਰ ਸੈਕਟਰੀ ਦੇ ਉੱਤੇ ਸਵਾਲ ਖੜੇ ਹੋ ਗਏ, ਜਿਸ ਦੇ ਬਾਅਦ ਸੈਕਟਰੀ ਸਸਪੈਂਡ ਵੀ ਹੋਇਆ। ਤੀਜਾ ਘਪਲਾ ਕੀ ਕਰਦੇ ਆ? ਤੀਜਾ ਇਹ ਘਪਲਾ ਕਰਦੇ ਆ, ਕੋਆਪਰੇਟਿਵ ਸੁਸਾਇਟੀ ਕੋਲ ਆਪਣਾ ਟਰੈਕਟਰ ਵੀ ਹੁੰਦੇ ਆ, ਬਹੁਤੀਆਂ ਸੁਸਾਇਟੀਆਂ ਕੋਲ ਵੱਡੇ ਪੱਧਰ ਤੇ ਸੰਦ ਵੀ ਹੈ, ਹੈਪੀ ਸੀਡਰ ਹੈ, ਹੋਰ ਵੱਡੇ ਰੋਟਾਵੀਟਰ, ਕਈ ਬਹੁਤ ਵੱਡੇ ਪੱਧਰ ਤੇ ਸੰਦ ਹੈ। ਤਾਂ ਬਹੁਤੀਆਂ ਜਿਹੜੇ ਇਹ ਸੈਕਟਰੀ ਨੇ ਕੀ ਕੀਤਾ, ਜਿਹੜੇ ਸੰਦ ਕਿਰਾਏ ਤੇ ਜਾਂਦੇ ਸੀ ਉਹਨਾਂ ਦਾ ਕਿਰਾਇਆ ਲੈ ਜ਼ਰੂਰ ਲੈਂਦਾ ਸੀ, ਪਰ ਜਮ੍ਹਾਂ ਨਹੀਂ ਕਰਵਾਉਂਦਾ ਸੀ। ਤਾਂ ਇਹ ਵੀ ਇੱਕ ਘਪਲਾ ਪਿੰਡ ਦੀ ਸਭਾ ਦੇ ਨਾਲ ਕੀਤਾ, ਪਿੰਡ ਦੀ ਸੁਸਾਇਟੀ ਦੇ ਨਾਲ ਕੀਤਾ। ਤਾਂ ਇਸ ਤਰੀਕੇ ਦੇ ਘਪਲੇ ਆ ਜਿਹੜੇ ਉਹ ਉਜਾਗਰ ਹੋਏ, ਸਮੇਂ ਤੇ ਸਾਹਮਣੇ ਆਏ। ਤਾਂ ਲੋਕਾਂ ਦੇ ਹਜ਼ਾਰਾਂ, ਜੇਕਰ ਅਸੀਂ ਕਹੀਏ ਕਈ ਲੱਖਾਂ ਦਾ ਜਿਹੜਾ ਡਿਫਾਲਟਰ ਇਹ ਸੈਕਟਰੀ ਪਾਇਆ ਗਿਆ, ਜਿਸ ਤੋਂ ਬਾਅਦ ਇਹਨੂੰ ਸਸਪੈਂਡ ਕਰ ਦਿੱਤਾ ਗਿਆ। ਪਰ ਸਵਾਲ ਇੱਥੇ ਉੱਠਦਾ ਕਿ ਜਿਹੜੇ ਲੋਕਾਂ ਦੇ ਨਾਲ ਠੱਗੀ ਵੱਜੀ ਹੈ, ਜਿਹੜੇ ਲੋਕਾਂ ਦੇ ਨਾਲ ਕਰਪਸ਼ਨ ਹੋਈ ਹੈ, ਉਹਨਾਂ ਦੀ ਭਰਪਾਈ ਕੌਣ ਕਰੇਗਾ? ਇਹ ਵੀ ਇੱਕ ਸਵਾਲ ਹੈ। ਨਾਲ ਹੀ ਦੂਜਾ ਸਵਾਲ ਹੈ ਕਿ ਜਿਹੜੀਆਂ ਕੋਆਪਰੇਟਿਵ ਬੈਂਕਾਂ ਇਹ ਬਹੁ ਗਿਣਤੀ ਦੇ ਵਿੱਚ ਕਿਸਾਨਾਂ ਨੂੰ ਉਹਨਾਂ ਦੇ ਖਾਤੇ ਦੀ ਸਟੇਟਮੈਂਟ ਨਹੀਂ ਦਿੰਦੀਆਂ, ਜਿਸ ਦੇ ਕਰਕੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡਾ ਪੈਸਾ ਜਮ੍ਹਾਂ ਕਿੰਨਾ ਕਰਵਾਇਆ ਸੀ, ਕਢਵਾਇਆ ਅਸੀਂ ਕਿੰਨਾ, ਸੈਕਟਰੀ ਸਾਡੇ ਪੈਸੇ ਜਮ੍ਹਾਂ ਕਰਵਾ ਕੇ ਗਿਆ ਜਾਂ ਨਹੀਂ ਕਰਵਾ ਕੇ ਗਿਆ। ਇਹ ਕਹਿੰਦੇ ਕਿ ਜੀ ਅਸੀਂ ਜਿਹੜੀ ਹੈ ਉਹ ਸਟੇਟਮੈਂਟ ਨਹੀਂ ਦੇ ਸਕਦੇ, ਜਿਹਦੇ ਕਰਕੇ ਕਿਸਾਨਾਂ ਨੂੰ ਆਪਣੀ ਜਿਹੜੀ ਖਾਤੇ ਦੀ ਜਾਂਚ ਬਾਰੇ ਨਹੀਂ ਪਤਾ ਲੱਗਦਾ ਕਿ ਮੇਰੇ ਖਾਤੇ 'ਚ ਕਿੰਨਾ ਪੈਸਾ ਆਇਆ ਸੀ, ਕਿੰਨਾ ਚਲਿਆ ਗਿਆ, ਕੀ ਮੈਨੂੰ ਮੁਆਫੀ ਆਈ ਹੈ, ਕੀ ਮੈਨੂੰ ਲਾਭ ਮਿਲਿਆ, ਕੀ ਮੇਰਾ ਨੁਕਸਾਨ ਹੋਇਆ। ਤਾਂ ਕੁੱਲ ਮਿਲਾ ਕੇ ਕਿਸਾਨਾਂ ਨੂੰ, ਜਿਵੇਂ ਅਸੀਂ ਦੇਖ ਰਹੇ ਹਾਂ ਕਿ 3 ਕਾਨੂੰਨਾਂ ਦੀ ਖਾਤਰ ਉੱਥੇ ਦਿੱਲੀ ਬੈਠੇ ਆ, ਉਹ ਵੀ ਇਹ ਕਿਸਾਨਾਂ ਦੇ ਉੱਪਰ ਮਾਰੂ ਪੈ ਰਿਹਾ। ਤਾਂ ਉਸੇ ਤਰੀਕੇ ਦੇ ਨਾਲ ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚ ਹੋ ਰਹੇ ਘਪਲੇ ਵੀ ਕਿਸਾਨਾਂ ਦੇ ਉੱਤੇ ਮਾਰੂ ਪ੍ਰਭਾਵ ਪਾ ਰਹੇ ਆ। ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚ ਜਿਹੜੇ ਵੱਡੇ ਪੱਧਰ ਦੇ ਉੱਤੇ ਇਸ ਲਈ ਚਲਾਇਆ ਗਿਆ ਸੀ ਤਾਂ ਜੋ ਕਿਸਾਨਾਂ ਨੂੰ ਫਾਇਦਾ ਮਿਲੇ। ਛੋਟੇ ਕਿਸਾਨਾਂ ਨੂੰ, ਜਿਹੜੇ ਕਿਸਾਨ ਆਪਣੇ ਸੰਦ ਨਹੀਂ ਖਰੀਦ ਸਕਦੇ, ਖੇਤੀ ਲਈ ਕਰਜ਼ਾ ਚਾਹੀਦਾ ਹੁੰਦਾ, ਉਹਨਾਂ ਨੂੰ ਇਹਨਾਂ ਸੁਸਾਇਟੀਆਂ ਤੋਂ ਫਾਇਦਾ ਮਿਲੇ। ਪਰ ਸੈਕਟਰੀਆਂ ਦੀ ਵਜ੍ਹਾ ਦੇ ਕਰਕੇ, ਪਿੰਡ ਦੇ ਪ੍ਰਧਾਨਾਂ ਦੀ ਗੌਰ ਨਾ ਕਰਕੇ, ਕਿਉਂਕਿ ਪ੍ਰਧਾਨ ਗੌਰ ਕਿਉਂ ਨਹੀਂ ਕਰਦੇ ਵੀ ਤੁਹਾਨੂੰ ਦੱਸ ਦਈਏ। ਪ੍ਰਧਾਨ ਨਿੱਕੇ ਮਫਾਦਾਂ ਦੇ
ਵਿੱਚ ਪੈ ਜਾਂਦੇ, ਨਿੱਕੇ ਫਾਇਦਿਆਂ ਦੇ ਵਿੱਚ ਪੈ ਜਾਂਦੇ ਆ ਕਿ ਜਦੋਂ ਮੈਨੂੰ ਰੇਹ ਦੀ ਜ਼ਰੂਰਤ ਹੋਈ ਜਾਂ ਮੇਰੇ ਰਿਸ਼ਤੇਦਾਰ ਨੂੰ ਹੋਈ, ਉਹ ਮੈਨੂੰ ਚੁਕਵਾ ਦੀ, ਉਹ ਮੈਨੂੰ ਪਹਿਲਾਂ ਦੇ ਦੀ, ਬਾਕੀਆਂ ਨੂੰ ਬਾਅਦ 'ਚ ਦੇ ਦੀ। ਤਾਂ ਇਸੇ ਚੱਕਰ ਦੇ ਵਿੱਚ ਉਹ ਸੈਕਟਰੀ ਦੇ ਕਾਣੇ ਹੋ ਜਾਂਦੇ ਆ, ਜਿਸ ਦੇ ਕਰਕੇ ਉਹ ਸੈਕਟਰੀ ਨੂੰ ਕੁਝ ਕਹਿ ਨਹੀਂ ਸਕਦੇ, ਫਿਰ ਸੈਕਟਰੀ ਆਪਣੀਆਂ ਮਨਮਰਜ਼ੀਆਂ ਕਰਦੇ ਆ। ਤਾਂ ਸੈਕਟਰੀ ਦੀ ਜਿਹੜੀ ਘਪਲਿਆਂ ਦੀ ਗੱਲ ਆ ਤੁਹਾਨੂੰ ਦੁਬਾਰਾ ਦੱਸ ਦਈਏ ਕਿ ਕੀ ਹੁੰਦਾ ਹੈ। ਪਿੰਡ ਦੇ ਲੋਕਾਂ ਦਾ ਭਰੋਸਾ ਹੁੰਦਾ, ਪਿੰਡ ਦੇ ਲੋਕ ਚੈੱਕ ਦੇ ਉੱਪਰ ਸਾਈਨ ਕਰਕੇ ਦੇ ਆਉਂਦੇ ਆ ਕਿ ਅਸੀਂ ਇੰਨੇ ਪੈਸੇ ਕਢਵਾਉਣੇ ਆ। ਜੇਕਰ ਉਹਨਾਂ ਨੂੰ 25,000 ਦੀ ਜ਼ਰੂਰਤ ਹੁੰਦੀ ਹੈ ਤਾਂ ਸੈਕਟਰੀ ਨੇ ਕੀ ਕੀਤਾ, 50,000 ਭਰ ਲਿਆ, 25,000 ਖੁਦ ਵਰਤ ਲਿਆ ਘੱਟ ਵਿਆਜ ਦੇ ਉੱਤੇ, ਤੇ ਉਹ ਕਿਸਾਨ ਦੇ ਨਾਂ ਤੇ ਕਰਜ਼ਾ ਸ਼ੋ ਹੋ ਰਿਹਾ। ਉਸ ਤੋਂ ਬਾਅਦ ਜਦੋਂ ਜਮ੍ਹਾਂ ਕਰਵਾਉਣ ਗਿਆ ਕਿਸਾਨ ਤਾਂ ਜਮ੍ਹਾਂ ਕਰਵਾਇਆ ਨਹੀਂ, ਉਹ ਪੈਸੇ ਉਸੇ ਤਰ੍ਹਾਂ ਬਰਕਰਾਰ ਰਹੇ, ਕਾਪੀ ਤੇ ਇੱਕ ਲਿਖ ਕੇ ਦੇਤਾ। ਤੇ ਜਦੋਂ ਕਿਸਾਨ ਨੇ ਬੈਂਕ ਦੇ ਵਿੱਚ ਜਾ ਕੇ ਪਤਾ ਕੀਤਾ ਤਾਂ ਉਹਦੇ ਸਿਰ ਦੇ ਉੱਪਰ ਕਰਜ਼ਾ ਖੜਾ ਸੀ, ਜਿਸ ਦੇ ਕਾਰਨ ਕਿਸਾਨ ਨੂੰ ਆਰਥਿਕ ਤੌਰ ਤੇ ਵੱਡਾ ਨੁਕਸਾਨ ਹੋਇਆ। ਉਸਨੇ ਪੈਸੇ ਭਰੇ ਪਰ ਉਸਦੇ ਉੱਤੇ ਡਿਫਾਲਟਰ ਦਾ ਹਜੇ ਵੀ ਉਹ ਕੰਮ ਖੜਾ ਸੀ। ਤਾਂ ਇਹ ਅਜਿਹੇ ਘਪਲੇ ਸੁਸਾਇਟੀਆਂ ਦੇ ਵਿੱਚ ਆਮ ਹੋ ਰਹੇ ਆ। ਸੰਦਾਂ ਦੇ ਉੱਪਰ ਜੇ ਕਿਰਾਏ ਤੇ ਭੇਜ ਦਿੰਦੇ ਆ, ਉਸ ਤੋਂ ਬਾਅਦ ਜਿਹੜਾ ਕਿਰਾਇਆ ਆਉਂਦਾ ਉਸ ਨੂੰ ਜਮ੍ਹਾਂ ਨਹੀਂ ਕਰਦੇ, ਬਾਹਰ ਦੀ ਬਾਹਰ ਖੱਦ ਜਾਂਦੇ ਆ। ਸੁਣਨ ਦੇ ਵਿੱਚ ਤਾਂ ਇਹ ਵੀ ਹੈ ਕਿ ਇਸ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਇਸ ਕੋਆਪਰੇਟਿਵ ਸੁਸਾਇਟੀ ਨੇ ਆਪਣੇ 2 ਸੰਦ ਵੀ ਵੇਚ ਦਿੱਤੇ ਹੈ ਬਾਹਰ ਦੀ ਬਾਹਰ। ਤਾਂ ਸਵਾਲ ਉੱਠਦਾ ਹੈ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੀ ਲੁੱਟ ਹੋ ਰਹੀ ਹੈ। ਅੱਜ ਦਾ ਜਿਹੜੀ ਇਹ ਗੱਲਬਾਤ ਸੀ, ਇਹ ਤੁਹਾਨੂੰ ਜਾਗਰੂਕ ਕਰਨ ਲਈ ਸੀ ਕਿ ਜਦੋਂ ਵੀ ਤੁਸੀਂ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਜਾਵੋ, ਭਰੋਸਾ ਨਾ ਕਰੋ। ਜਿਹੜਾ ਵੀ ਤੁਸੀਂ ਚੈੱਕ ਦਿੰਦੇ ਆ ਉਹਦੇ ਤੇ ਜਿਹੜੀ ਰਕਮ ਹੈ ਅੰਕਾਂ ਵਿੱਚ ਤੇ ਸ਼ਬਦਾਂ ਵਿੱਚ ਦੋਨਾਂ ਦੇ ਵਿੱਚ ਹੀ ਭਰੋ। ਇੱਥੇ ਇਹ ਵੀ ਹੋਇਆ ਕਿ ਜਿਹੜਾ ਕਿਸਾਨ ਹੈ ਉਹ ਅੰਕਾਂ 'ਚ ਰਕਮ ਭਰਿਆ ਆ, ਸ਼ਬਦਾਂ 'ਚ ਨਹੀਂ ਭਰਿਆ, ਤਾਂ ਉਹਨਾਂ ਨੇ ਇੱਕ ਅੰਕ ਅੱਗੇ ਹੋਰ ਜੋੜ ਲਿਆ ਜਾਂ ਪਿੱਛੇ ਜ਼ੀਰੋ ਲਗਾ ਲਈ, ਤਾਂ ਉੱਥੇ ਵੀ ਉਹਨਾਂ ਨੇ ਰਕਮ ਜ਼ਿਆਦਾ ਕਢਵਾਈ। ਤਾਂ ਇਹ ਹੋਇਆ ਕਿ ਜਿਹੜਾ ਅੰਕਾਂ ਦੇ ਵਿੱਚ ਹੇਰ-ਫੇਰ ਕੀਤੀ ਗਈ, ਤਾਂ ਉਹਦੇ ਨਾਲ ਵੀ ਪੈਸੇ ਵੱਧ ਕਢਾ ਲਏ। ਤਾਂ ਹੁਣ ਤੁਹਾਨੂੰ ਇਹ ਦੱਸਦੇ ਹਾਂ ਕਿ ਜਦੋਂ ਵੀ ਤੁਸੀਂ ਜਾਓ, ਜਿਹੜਾ ਚੈੱਕ ਦੇਣਾ ਉਹਦੇ ਤੇ ਪ੍ਰੋਪਰ ਅੰਕਾਂ ਦੇ ਵਿੱਚ, ਪ੍ਰੋਪਰ ਸ਼ਬਦਾਂ ਦੇ ਵਿੱਚ, ਤੇ ਪੂਰੀ ਆਪਦੀ ਸਮੇਂ-ਸਮੇਂ ਤੇ ਜਾਂਚ ਕਰਦੇ ਰਿਹਾ ਕਰੋ, ਤਾਂ ਕਿ ਤੁਹਾਡੇ ਨਾਲ ਨਾ ਅਜਿਹਾ ਕੁਝ ਵਾਪਰੇ। ਬਹੁਤੀਆਂ ਸੁਸਾਇਟੀਆਂ ਦੇ ਵਿੱਚ ਵਾਪਰਦਾ। ਹੁਣ ਤੁਹਾਨੂੰ ਦੱਸਦੇ ਹਾਂ ਕਿ ਜਿਹੜਾ ਇਹ ਸੈਕਟਰੀ ਹੈ, ਇਹਨੇ ਲਿਖਤੀ ਰੂਪ 'ਚ ਤੁਸੀਂ ਦੇਖੋ ਕਿ ਪਹਿਲੀ ਵਾਰ ਅਸੀਂ ਤਾਂ ਪਹਿਲੀ ਵਾਰ ਦੇਖਿਆ, ਹੋ ਸਕਦਾ ਤੁਸੀਂ ਦੇਖਿਆ ਹੋਵੇ ਕਿ ਕੋਈ ਬੰਦਾ ਲਿਖਤੀ ਰੂਪ 'ਚ ਮੰਨ ਰਿਹਾ ਕਿ ਮੈਂ ਇਸ ਸੁਸਾਇਟੀ ਦੇ ਵਿੱਚ ਘਪਲੇ ਕੀਤੇ ਆ, ਮੈਂ ਤੁਹਾਡੇ ਨਾਲ ਘਪਲਾ ਕੀਤਾ, ਮੈਂ ਇਹ ਮੰਨਦਾ ਹਾਂ, ਤੁਹਾਡੇ ਪੈਸੇ ਦੀ ਭਰਪਾਈ ਕਰ ਦੂੰਗਾ। ਕਦੇ ਕੋਈ ਦੇਖਿਆ ਪਿੰਡ ਦੀ ਪੰਚਾਇਤ ਨੇ ਰਾਜੀਨਾਮਾ ਕਰਵਾ ਦਿੱਤਾ? ਇਹ ਵੀ ਇੱਕ ਵੱਡਾ ਸਵਾਲ ਹੈ ਕਿ ਪੰਚਾਇਤ ਕੋਲ ਇੰਨੀ ਅਧਿਕਾਰ ਕਿੱਥੋਂ ਆਇਆ ਕਿ ਇੱਕ ਮੁਲਾਜ਼ਮ ਮੰਨ ਰਿਹਾ ਕਿ ਮੈਂ ਘਪਲਾ ਕੀਤਾ ਹੈ, ਮੈਂ ਫਰਾਡ ਕੀਤਾ ਹੈ, ਮੈਨੂੰ ਮਾਫੀ ਦੇ ਦਿਓ, ਤਾਂ ਪੰਚਾਇਤ ਨੇ ਬਹਿ ਕੇ ਮਾਫੀ ਦੇ ਦਿੱਤੀ। ਹਾਲਾਂਕਿ ਇਹ ਮਾਮਲਾ ਕਾਨੂੰਨ ਦਾ ਹੈ। ਕੋਈ ਵੀ ਜਿਹੜਾ ਮੁਲਾਜ਼ਮ ਹੈ, ਜਦੋਂ ਕੋਈ ਘਪਲਾ ਕਰਦਾ ਹੈ, ਪਹਿਲੀ ਗੱਲ ਤਾਂ ਆਮ ਅਸੀਂ ਦੇਖਦੇ ਹਾਂ ਕਿ ਮੁਲਾਜ਼ਮ ਰੰਗੇ ਹੱਥ ਫੜਿਆ ਜਾਵੇ ਤਾਂ ਵੱਖਰੀ ਗੱਲ ਹੈ, ਪਰ ਉਹ ਅਸੈਪਟ ਨਹੀਂ ਕਰਦਾ ਹੁੰਦਾ। ਤਾਂ ਇੱਥੇ ਲਿਖਤੀ ਰੂਪ 'ਚ ਉਹਨੇ ਅਸੈਪਟ ਕੀਤਾ, ਫਿਰ ਵੀ ਉਹਨੂੰ ਛੱਡ ਦਿੱਤਾ ਗਿਆ। ਤਾਂ ਇਹ ਵੀ ਸਵਾਲ ਹੈ ਕਿ ਕੀ ਕਾਨੂੰਨ ਤੋਂ ਉੱਪਰ ਹੈ ਪਿੰਡ ਦੀਆਂ ਪੰਚਾਇਤਾਂ ਜਾਂ ਜਿਹੜੀਆਂ ਸਭਾਵਾਂ? ਤਾਂ ਇੱਥੇ ਇਹ ਵੀ ਸਵਾਲ ਹੈ, ਪਰ ਇੱਥੇ ਜਿਹੜੀ ਗੱਲ ਹੈ ਕੋਈ ਬਿਨਾਂ ਤੱਥ ਤੋਂ ਨਹੀਂ ਕਰ ਰਹੇ, ਬਿਲਕੁਲ ਲਿਖਤੀ ਰੂਪ 'ਚ ਉਹਨੇ ਮੰਨਿਆ ਹੋਇਆ ਕਿ ਮੈਂ ਘਪਲੇ ਕੀਤੇ ਆ। ਤਾਂ ਇੱਥੇ ਸਵਾਲ ਬਣਦਾ ਕਿ ਤੁਸੀਂ ਜਾਗਰੂਕ ਹੋਵੋ। ਕਿਸਾਨ ਹੈ ਜਿਹੜਾ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੀ ਲੁੱਟ ਦਾ ਸ਼ਿਕਾਰ ਹੋਣ ਤੋਂ ਬਚੇ। ਸਾਡਾ ਇਹ ਜਿਹੜੀ ਅੱਜ ਦੀ ਜਿਹੜੀ ਇਹ ਵੀਡੀਓ ਪਾਉਣ ਦਾ ਮਕਸਦ ਇਹ ਹੈ ਕਿ ਤੁਹਾਡੇ 'ਚ ਜਾਗਰੂਕਤਾ ਆਵੇ, ਤੁਹਾਨੂੰ ਪਤਾ ਲੱਗੇ ਕਿ ਜਿਹੜੀ ਕੋਆਪਰੇਟਿਵ ਸੁਸਾਇਟੀ ਦੇ ਸੈਕਟਰੀ ਆ ਉਹ ਕਿਸ ਤਰੀਕੇ ਦੇ ਨਾਲ ਤੁਹਾਡੇ ਨਾਲ ਠੱਗੀਆਂ ਮਾਰ ਸਕਦੇ ਆ, ਉਹਨਾਂ ਤੋਂ ਤੁਸੀਂ ਬਚਣਾ ਕਿਵੇਂ ਆ।